ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਭਾਦੋ ਦੇ ਮਹੀਨੇ ਦਾ ਸ਼ਬਦ ਸਰਵਣ ਕੀਤਾ ਹੈ। ਇਸ ਪਾਵਨ ਉਪਦੇਸ਼ ਵਿੱਚ ਮਹਾਰਾਜ ਸਾਨੂੰ ਕੀ ਸਮਝਾਉਣ ਦਾ ਯਤਨ ਕਰਦੇ ਨੇ, ਆਓ ਆਪਣੀ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਜੀ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਗੁਰੂ ਉਪਦੇਸ਼ ਦੇ ਜਿਹੜੇ ਗੁੱਝੇ ਭੇਦ ਨੇ ਉਹ ਸਮਝ ਆਉਣ। ਇਸ ਪਾਵਨ ਉਪਦੇਸ਼ ਵਿੱਚ ਮਹਾਰਾਜ ਸਾਨੂੰ ਕੀ ਉਪਦੇਸ਼ ਕਰਦੇ ਨੇ? ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਭਾ ਦੋਏ, ਦੋ ਭਾ ਦਾ ਮਤਲਬ ਹੈ ਕਿ ਦੁਬਿਧਾ ਜਿਹੜੀ ਹੁੰਦੀ ਹੈ ਕਿ ਕਿਸੇ ਇਸਤਰੀ ਦਾ ਜਿਹੜਾ ਚਿੱਤ ਹੈ, ਮਨ ਹੈ, ਉਹ ਖਸਮ ਨੂੰ ਛੱਡ ਕੇ ਦੂਜੇ ਦੇ ਨਾਲ ਲਾ ਲਵੇ ਤੇ ਉਹ ਦੁਬਿਧਾ ਵਿੱਚ ਰਹਿੰਦੀ ਹੈ। ਗੁਰੂ ਉਪਦੇਸ਼ ਹੈ, ਖਸਮ ਛੋੜ ਦੂਜੇ ਲੱਗੇ ਡੂਬੇ ਸੇ ਵਣਜਾਰਿਆ। ਤੇ ਆਪਣੇ ਮਾਲਕ ਨੂੰ ਛੱਡ ਕੇ ਜਿਹੜੀ ਜੀਵ ਇਸਤਰੀ ਦੂਜੇ ਕਿਸੇ ਹੋਰ ਨਾਲ ਸਾਂਝ ਬਣਾ ਲਵੇ ਤੇ ਉਸ ਜੀਵਨ ਦੇ ਰਾਹ ਤੋਂ ਖੁੱਝ ਜਾਂਦੀ ਹੈ, ਭਟਕ ਜਾਂਦੀ ਹੈ। ਤੇ ਅਸੀਂ ਵੀ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਇਸਤਰੀ ਦੇ ਵਾਂਗ ਹੀ ਹਾਂ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਭਾਈ। ਇਸ ਸੰਸਾਰ ਦੇ ਵਿੱਚ ਅਸੀਂ ਪਹਿਲਾਂ ਵੀ ਵਿਚਾਰ ਕਰਦੇ ਹਾਂ, ਤੁਸੀਂ ਸਰਵਣ ਕੀਤੀ ਹੋਣੀ ਹੈ ਗੁਰਬਾਣੀ। ਤੇ ਇਸ ਪਾਵਨ ਉਪਦੇਸ਼ ਵਿੱਚ ਮਹਾਰਾਜ ਸਾਨੂੰ ਭੁਲਾਣੀਆਂ, ਭਾਵੇਂ ਇਹ ਮਨਮੁਖ ਵਾਲੀ ਬਿਰਤੀ ਹੈ, ਗੁਰੂ ਉਪਦੇਸ਼ ਨੂੰ ਸਮਝਣ ਦਾ ਜਿਹੜਾ ਰਾਹ ਹੈ, ਉਸ ਤੋਂ ਜਿਹੜਾ ਬੰਦਾ ਭਟਕ ਜਾਂਦਾ ਹੈ, ਉਸ ਦੀ ਗੱਲ ਇਸ ਸ਼ਬਦ ਦੇ ਵਿੱਚ ਮਹਾਰਾਜ ਕਰਦੇ ਨੇ। ਤੇ ਫਿਰ ਕੀ ਹੈ? ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਤੇ ਫਿਰ ਲਖ ਸ਼ਿੰਗਾਰ ਕਰ ਲਵੇ। ਸ਼ਿੰਗਾਰ ਦਾ ਮਤਲਬ ਹੈ ਜਿਵੇਂ ਕਿਸੇ ਭੈਣ ਦਾ ਵਿਆਹ ਹੁੰਦਾ ਹੈ, ਉਹ ਵਿਆਹ ਹੋਣ ਦੇ ਵਿੱਚ ਜਿਹੜੇ ਕਰਮ ਕੀਤੇ ਜਾਂਦੇ ਨੇ, ਸਜਿਆ ਜਾਂਦਾ ਹੈ, ਸੋਹਣਾ ਬਸਤਰ ਪਾਏ ਜਾਂਦੇ ਨੇ, ਸੋਹਣੇ ਬਸਤਰ, ਜਾਂ ਆਪਣੇ ਆਪ ਨੂੰ ਸਵਾਰਿਆ ਜਾਂਦਾ ਹੈ, ਸਰੀਰ ਨੂੰ। ਤੇ ਉਹ ਜਿਹੜਾ ਵਿਆਹ ਦਾ ਮਾਹੌਲ ਹੈ ਉਹ ਇੱਕ ਸੁਹਾਵਣਾ ਹੁੰਦਾ ਹੈ। ਵਧੀਆ ਵਧੀਆ ਘਰ ਦੇ ਵਿੱਚ ਵੀ ਸਜਾਵਟ ਕੀਤੀ ਜਾਂਦੀ ਹੈ, ਸਰੀਰ ਨੂੰ ਵੀ ਸਵਾਰਿਆ ਜਾਂਦਾ ਹੈ। ਤੇ ਉਹ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਭਾਵੇਂ ਲੱਖਾਂ ਸ਼ਿੰਗਾਰ ਬਣਾ ਲਵੇ ਤੇ ਉਹ ਕਿਤੇ ਕੰਮ ਨਹੀਂ ਆਉਂਦੇ। ਉਹ ਉਸ ਵੇਲੇ ਕੰਮ ਨਹੀਂ ਆਉਂਦੇ ਜਦੋਂ ਖਸਮ ਨੂੰ ਛੱਡ ਦਿੱਤਾ। ਤੇ ਫਿਰ ਕਿਹਦੇ ਵਾਸਤੇ ਸ਼ਿੰਗਾਰ ਕਰਨਾ? ਤੇ ਜਦੋਂ ਵਿਆਹ ਦੀ ਤਿਆਰੀ ਹੋ ਜਾਂਦੀ ਹੈ ਤੇ ਉਹ ਜਿਹੜਾ ਖਸਮ ਹੈ, ਜਿਹੜਾ ਵਿਆਹੁਣਾ ਜਾਂਦਾ ਹੈ, ਤੇ ਉਹ ਨਾ ਆਵੇ, ਫਿਰ ਉਹ ਸ਼ਿੰਗਾਰ ਕੀਤੇ, ਉਹ ਖਰਚ ਕੀਤੇ, ਉਹ ਸਮਾਂ ਜਿਹੜਾ ਸਾਰਾ ਬਰਬਾਦ ਹੋ ਜਾਂਦਾ ਹੈ। ਤੇ ਗੁਰਬਾਣੀ ਦਾ ਉਪਦੇਸ਼ ਹੈ ਤੇ ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸ਼ਿੰਗਾਰ। ਗੁਰਬਾਣੀ ਦਾ ਅਸੀਂ ਹੁਕਮਨਾਮੇ ਦੇ ਵਿੱਚ ਸਰਵਣ ਕਰਦੇ ਹਾਂ ਸ਼ਬਦ। ਗੁਰੂ ਉਪਦੇਸ਼ ਹੈ ਕਿ ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸ਼ਿੰਗਾਰ। ਫਿਰ ਕੀ ਸਾਰ ਨਾ ਜਾਣੀ ਦੂਜੈ ਭਾਏ ਪਿਆਰ। ਹੁਣ ਦੂਜਾ ਪਿਆਰ ਜਿਹੜਾ ਹੈ ਨਾ, ਇਹ ਜਿਹੜੀ ਇਸਤਰੀਆਂ ਸਾਰੀਆਂ ਭੈਣਾਂ ਨਹੀਂ, ਸਾਰੀਆਂ ਮਾਤਾਵਾਂ ਨਹੀਂ, ਜਿਹੜੀ ਗੁਰੂ ਉਪਦੇਸ਼ ਤੋਂ ਵਾਂਝੀ ਹੈ, ਗੁਰੂ ਸ਼ਬਦ ਤੋਂ ਜਿਹੜੀ, ਜਿਸਨੂੰ ਗੁਰੂ ਸ਼ਬਦ ਦੀ ਸਮਝ ਨਹੀਂ ਹੈ, ਉਹਨਾਂ ਦੀ ਉਦਾਹਰਣ ਦਿੱਤੀ ਹੋਈ ਹੈ ਇੱਥੇ। ਤੇ ਜਿਹੜੀ ਇਸਤਰੀ, ਜਿਹੜੀ ਭੈਣ ਸ਼ਬਦ ਦੇ ਨਾਲ ਜੁੜੀ ਹੋਈ ਹੈ, ਜਾਂ ਕੋਈ ਵੀ ਇੱਥੇ ਸੰਗਤ ਦੇ ਵਿੱਚ ਬੰਦਾ ਬੈਠਿਆ ਹੈ
ਜਿਹੜਾ ਇੱਕ ਮਾਲਕ ਦੇ ਨਾਲ ਜੁੜਿਆ ਹੋਇਆ ਹੈ, ਖਸਮ ਦੇ ਨਾਲ ਜੁੜਿਆ ਹੈ, ਪਰਮਾਤਮਾ ਦੇ ਨਾਲ ਜੁੜਿਆ ਹੈ, ਰੱਬ ਦੇ ਨਾਲ, ਵਾਹਿਗੁਰੂ ਦੇ ਨਾਲ, ਅੱਲਾ ਦੇ ਨਾਲ ਜੁੜਿਆ ਹੋਇਆ, ਉਸ ਦੀ ਗੱਲ ਨਹੀਂ ਕੀਤੀ ਇੱਥੇ। ਤੇ ਦੂਜਾ ਭਾਅ ਜਿਹੜਾ ਹੈ ਨਾ, ਹੁਣ ਦੂਜਾ ਭਾਅ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਘਟ ਘਟ ਮੈਂ ਹਰ ਜੂ ਬਸੈ। ਪਰਮਾਤਮਾ ਜੈ ਜੈ ਪੇਖੋਂ ਤੈ ਹਜੂਰ, ਦੂਰ ਕਤੋ ਨਾ ਜਾਈ, ਰਬ ਰਿਹਾ ਸਰਬਤਰ ਮੈਂ ਮਨ ਸਦਾ ਤੇ ਆਈ। ਉਸਨੂੰ ਛੱਡ ਕੇ ਰੂਪ ਰੰਗ ਅਰ ਰੇਖ ਪੇਖ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ 부ਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਜਿਸ ਤੇ ਉਹ ਮਾਲਕ ਖੁਸ਼ ਹੋ ਜਾਂਦਾ ਹੈ ਨਾ, ਤੇ ਉਹ ਖਸਮ ਕਿਹੜਾ ਹੈ, ਰੂਪ ਵੀ ਨਹੀਂ ਹੈ ਉਹਦਾ, ਰੰਗ ਵੀ ਨਹੀਂ ਹੈ, ਤ੍ਰੈ ਗੁਣ ਤੇ ਪ੍ਰਭ ਭਿੰਨ, ਤੇ ਉਸ ਨੂੰ ਖੋਜਣਾ ਹੈ, ਉਸ ਦੇ ਨਾਲ ਸਾਂਝ ਪਾਣੀ ਹੈ। ਨਿਰੰਕਾਰ ਰਾਮ, ਰਾਮ ਕੀ ਹੁੰਦਾ ਹੈ, ਜਿਵੇਂ ਘਟ ਘਟ ਵਾਸੀ ਹੁੰਦਾ ਹੈ ਨਾ, ਉਹ ਰਾਮ ਹੈ। ਘਟ ਘਟ ਵਾਸੀ ਸਰਬ ਨਿਵਾਸੀ, ਨੇਰਾ ਹੂੰ ਤੇ ਨੇਰਾ, ਨਾਨਕ ਦਾਸ ਦਾਸਰ ਨਾਗਤ ਹਰ ਅੰਮ੍ਰਿਤ ਸੱਜਣ ਮੇਰਾ। ਤੇ ਰਾਮ ਦਾ ਜਿਹੜਾ ਅਰਥ ਹੈ, ਉਹ ਰਮਿਆ ਹੋਇਆ ਹੈ। ਜਿਵੇਂ ਰਮਿਆ ਦਾ ਅਰਥ ਹੈ ਕਿ ਹਰ ਜਗ੍ਹਾ ਮੌਜੂਦ ਹੈ, ਤੇ ਉਹ ਜਿਹੜਾ ਰਾਮਲੀਲਾ ਵਾਲਾ ਰਾਮ ਹੈ, ਗੁਰਬਾਣੀ ਦੇ ਵਿੱਚ ਕਿਤੇ ਕਿਤੇ ਉਸ ਦੀ ਉਦਾਹਰਨਾਂ ਦਿੱਤੀਆਂ ਹੋਈਆਂ ਨੇ, ਕਿਉਂਕਿ ਉਹ ਰਾਜਾ ਸੀ, ਰੱਬ ਨਹੀਂ ਸੀ। ਤੇ ਗੁਰਬਾਣੀ ਦਾ ਉਸ ਦੇ ਵਿੱਚ ਸ਼ਬਦ ਵੀ ਆਉਂਦਾ ਹੈ, ਅਸੀਂ ਸਾਰੇ ਪੜ੍ਹਦੇ ਹਾਂ ਕਿ ਜੁਗੈ ਜੁਗੈ ਕੇ ਰਾਜੇ ਕੀਏ, ਗਾਵੇਂ ਕਰ ਅਵਤਾਰੀ, ਤਿਨ ਵੀ ਅੰਤ ਨਾ ਪਾਇਆ, ਤੇਰਾ ਕਿਆ ਕਰ ਆਗ ਵਿਚਾਰੀ। ਉਹਨਾਂ ਨੇ ਵੀ ਇੱਥੇ ਆ ਕੇ ਪਰਮਾਤਮਾ ਨੂੰ ਖੋਜਿਆ, ਪਰਮਾਤਮਾ ਨੂੰ ਪਾਇਆ। ਉਹ ਬੰਦੇ ਦੀ ਉਦਾਹਰਣ ਆਪਾਂ ਨਹੀਂ ਕਰਨੀ, ਅਸੀਂ ਰੱਬ ਦੀ ਗੱਲ ਕਰਨੀ ਹੈ। ਤੇ ਰਮਿਆ ਹੋਇਆ ਜਿਹੜਾ ਰਾਮ ਹੈ, ਘਟ ਘਟ ਵਾਸੀ ਹੈ, ਵਾਹਿਗੁਰੂ ਹਰ ਜਗ੍ਹਾ ਤੇ ਮੌਜੂਦ ਹੈ, ਉਸ ਦੇ ਨਾਲ ਸਾਂਝ ਬਣਾਉਣੀ ਚਾਹੀਦੀ ਹੈ। ਇਹ ਸਾਨੂੰ ਗੁਰਬਾਣੀ ਕਹਿੰਦੀ ਹੈ। ਅੱਲਾ ਜਿਹੜਾ ਕਹਿੰਦੇ ਨਾ, ਅੱਲਾ, ਹੁਣ ਅੱਲਾ ਕਿਸੇ ਬੰਦੇ ਦਾ ਨਾਂ ਤਾਂ ਨਹੀਂ ਹੈ, ਨਾ ਹੀ ਕੋਈ ਰੱਖਣ ਦਿੰਦਾ, ਉਹ ਰਾਮ ਰੱਖ ਲੈਂਦੇ ਨੇ, ਕਿਉਂਕਿ ਉਹ ਬੰਦਾ ਸੀ। ਮੁਹੰਮਦ ਸਾਹਿਬ, ਇਬਰਾਹਿਮ, ਜੇ ਹੁਣ ਇਹਨਾਂ ਦੇ ਪੀਰ ਪੈਗੰਬਰ ਬਣੇ ਹੋਏ ਨੇ, ਜਿਨ੍ਹਾਂ ਦੀ ਕਬਰਾਂ ਬਣੀਆਂ ਹੋਈਆਂ ਨੇ, ਇਹ ਸਾਰੇ ਬੰਦੇ ਸੀ। ਪਰ ਅੱਲਾ ਜਿਹੜਾ ਹੈ, ਉਹ ਸਾਰੀ ਦੁਨੀਆ ਤੋਂ ਵੱਖਰਾ ਹੈ। ਅੱਲਾ ਦਾ ਮਤਲਬ ਹੈ ਅਲੱਗ, ਜਿਹੜਾ ਇਸ ਧਰਤੀ ਤੇ ਕਿਸੇ ਨੂੰ ਮਹਿਸੂਸ ਹੋਵੇ ਤੇ ਉਸ ਦਾ ਆਕਾਰ ਕੋਈ ਨਾ ਹੋਵੇ, ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ। ਤੇ ਉਹੀ ਅੱਲਾ ਹੈ। ਖੁਦਾ ਵੀ ਜਿਹੜਾ ਹੈ, ਖੁਦਾ ਦੇ ਜਿਹੜੇ ਅਰਥ ਨੇ, ਮੀਨਿੰਗ ਨੇ, ਉਹ ਸਾਨੂੰ ਸਮਝ ਆਉਣੇ ਚਾਹੀਦੇ ਨੇ। ਖੁਦਾ ਦਾ ਅਰਥ ਹੈ ਖੁਦ ਤੋਂ ਪੈਦਾ ਹੋਇਆ, ਉਸ ਨੂੰ ਖੁਦਾ ਕਹਿੰਦੇ ਆ। ਜਿਹੜਾ ਖੁਦ ਤੇ ਬਣਿਆ ਉਹ ਖੁਦਾ ਹੈ, ਉਹ ਰੱਬ ਹੈ, ਉਹ ਵਾਹਿਗੁਰੂ ਹੈ। ਵਾਹਿਗੁਰੂ ਦਾ ਮਤਲਬ ਹੈ ਕਿ ਇੱਕ ਅੰਦਰ ਦੀ ਅਵਸਥਾ, ਇੱਕ ਬੈਰਾਗ ਪੈਦਾ ਹੋਣਾ, ਤੇ ਇੱਕਦਮ ਤੇ ਉਹ ਰੂਹ ਦਾ ਪਿਆਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜ ਜਾਣਾ ਨਾ, ਤੂੰ ਵਾਹ ਨਿਕਲਦੀ ਅੰਦਰ, ਤੇ ਉਹ ਹੈ ਵਾਹਿਗੁਰੂ। ਤੇ ਗੋਪਾਲ ਜਿਹੜਾ ਕਹਿੰਦੇ ਆ ਨਾ, ਗੋਪਾਲ ਗੁਰਬਾਣੀ ਦੇ ਵਿੱਚ ਨਾਰਾਇਣ ਵੀ ਲਿਖਿਆ, ਨਰਾਂ ਦਾ ਉਧਾਰ ਕਰਨ ਵਾਲਾ ਨਾਰਾਇਣ, ਸਾਰੀ ਸ੍ਰਿਸ਼ਟੀ ਦਾ ਉਧਾਰਨ ਕਰਨ ਵਾਲਾ ਨਾਰਾਇਣ। ਤੇ ਸ਼ਬਦ ਵੀ ਲਿਖਿਆ ਹੈ, ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਣ, ਨਾਰਾਇਣ ਸਮਾਏ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਤੇ ਨਰਕ ਨਾ ਜਾਏ, ਨਾਰਾਇਣ ਸੇਵ ਸਗਲ ਫਲ ਪਾਏ, ਨਾਰਾਇਣ ਮਨ ਮਾਇ ਆਧਾਰ, ਨਾਰਾਇਣ ਬੋਇਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ, ਨਾਰਾਇਣ ਸਦ ਸਦ ਬਖਸ਼ੰਦ, ਨਾਰਾਇਣ ਕੀਨੇ ਸੂਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ, ਨਾਰਾਇਣ ਸਾਧ ਸੰਗ, ਨਾਰਾਇਣ ਬਾਰੰਗਬਾਰ, ਨਾਰਾਇਣ ਗਾਇਣ ਬਸਤ ਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਹੁਣ ਨਾਰਾਇਣ ਦੀ ਓਟ ਦੇ ਵਿੱਚ ਪੈਣਾ ਹੈ। ਹੁਣ ਨਾਰਾਇਣ ਕੀ ਹੁੰਦਾ ਹੈ? ਨਾਰਾਇਣ ਦਾ ਉਧਾਰ ਕਰਨ ਵਾਲਾ ਨਾਰਾਇਣ, ਨਰਾਂ ਦਾ ਉਧਾਰਨ ਕਰਨ ਵਾਲਾ ਇੱਕ ਪਰਮਾਤਮਾ। ਉਸ ਦੀ ਗੋਪਾਲ ਵੀ ਲਿਖਿਆ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ।
ਹੁਣ ਗੋਪਾਲ ਦਾ, ਹੁਣ ਕਿਸੇ ਨੇ ਬੰਦੇ ਦਾ ਨਾਲ ਗੋਪਾਲ ਰੱਖ ਲਿਆ ਤੇ ਉਹਦੀ ਗੱਲ ਥੋੜੀ ਇੱਥੇ ਕੀਤੀ ਗੁਰਬਾਣੀ ਦੇ ਵਿੱਚ। ਗੋਪਾਲ ਹੁੰਦਾ ਹੈ, ਗੋ ਕਹਿੰਦੇ ਨੇ ਇਸ ਬ੍ਰਹਿਮੰਡ ਨੂੰ, ਇਸ ਸੰਸਾਰ ਨੂੰ, ਜਿਹਦਾ ਭੂਗੋਲ ਹੁੰਦਾ ਹੈ। ਗੋ ਸੰਸਾਰ ਨੂੰ ਪਾਲਣ ਵਾਲਾ, ਇਸ ਬ੍ਰਹਿਮੰਡ ਨੂੰ ਚਲਾਉਣ ਵਾਲਾ, ਉਸਨੂੰ ਗੋਪਾਲ ਕਹਿੰਦੇ। ਤੇ ਇਹ ਗੱਲਾਂ ਮੈਂ ਇਸ ਵੱਲ ਨੂੰ ਤਾਂ ਖੋਲ੍ਹਿਆ ਕਿ ਥੋੜ੍ਹੀ ਜਿਹੀ ਗੱਲ ਖੁੱਲ੍ਹ ਜਾਵੇ, ਸਾਡੇ ਦਿਮਾਗ ਵਿੱਚ ਬਹਿ ਜਾਵੇ ਜਾ ਕੇ, ਨਹੀਂ ਤਾਂ ਅੱਗੇ ਲੰਘ ਜਾਣਾ ਤਾਂ ਛੋਟੀ ਛੋਟੀ ਗੱਲਾਂ ਕਰਕੇ। ਤੇ ਸ਼ਬਦ ਜਿਹੜਾ ਸਕੂਨ ਤਾਂ ਹੀ ਦਿੰਦਾ ਹੈ ਜੇ ਸਾਨੂੰ ਪੂਰੀ ਸਮਝ ਹੋਵੇਗੀ। ਜੇ ਪੂਰੀ ਸਮਝ ਨਹੀਂ ਹੈ ਫਿਰ ਸਾਨੂੰ ਸ਼ਬਦ ਸਾਡੇ ਉੱਤੋਂ ਦੀ ਲੰਘ ਜਾਣਾ ਹੈ। ਫਿਰ ਉਹ ਹੋ ਜਾਣਾ ਕਿ ਅਸੀਂ ਗੁਰਦੁਆਰੇ ਵੀ ਆ ਗਏ, ਪੈਸੇ ਵੀ ਚੜ੍ਹਾਤੇ, ਲੰਗਰ ਵੀ ਛਕ ਲਿਆ ਤੇ ਬਾਹਰ ਜਾ ਕੇ ਫਿਰ ਸਕੂਨ ਤੋਂ ਵਾਂਝੇ ਰਹਿ ਗਏ, ਕਿਉਂਕਿ ਅਸੀਂ ਪੂਰਾ ਨਿਚੋੜ ਨਹੀਂ, ਅਜੇ ਪੂਰਾ ਨਿਚੋੜਿਆ ਨਹੀਂ। ਕਬੀਰ ਕਹਿੰਦੇ ਨਾ, ਕਬੀਰ ਰਸ ਕੋ ਗਾਂਡੋ ਚੂਸੀਏ। ਹੁਣ ਜਿਹੜੇ ਰਸ ਹੁੰਦਾ ਨਾ, ਹੁਣ ਰਸ ਐਵੇਂ ਤੋਂ ਨਿਕਲਦਾ। ਹੁਣ ਤੁਸੀਂ ਮੌਸਮੀ ਖਾ ਲਓ, ਉੱਤੋਂ ਦੀ ਖਾ ਲਓ ਤੇ ਉਹਨੂੰ ਚੁੱਪਣਾ ਪੈਂਦਾ ਰਸ ਨੂੰ। ਹੁਣ ਮੌਸਮੀ ਲੈ ਜਾਓ ਨਾਲ, ਜੂਸ ਤੋਂ ਕੱਢ ਕੇ ਪੀਣਾ, ਜੂਸ ਉਧਰ ਕੱਢਣਾ ਪੈਣਾ। ਇਸੇ ਤਰ੍ਹਾਂ ਗੁਰਬਾਣੀ ਸ਼ਬਦ ਨੂੰ ਹਰਕਾ ਬਿਲੋਵ ਨਾ ਬਿਲੋ ਮੇਰੇ ਭਾਈ, ਸਹਿਜ ਬਿਲੋ ਜੈਸੇ ਤਤ ਨਾ ਜਾਈ। ਹੁਣ ਮਨ ਕਰ ਮਟਕੀ ਤਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਸ ਮਟਕੀ ਦੇ ਵਿੱਚ, ਸੁਰਤ ਦੇ ਵਿੱਚ ਸ਼ਬਦ ਨੂੰ ਰਿੜਕਣਾ ਹੈ। ਤੇ ਰਿੜਕਣਾ ਵੀ ਕਾਹਦੇ ਨਾਲ? ਜਿਵੇਂ ਵਧਾਣੀ ਘੁਮਾਉਂਦੇ ਆ ਅੱਜ ਕੱਲ੍ਹ ਤਾਂ ਮਿਕਸੀਆਂ ਚੱਲ ਗਈਆਂ, ਮਸ਼ੀਨਾਂ ਚੱਲ ਗਈਆਂ। ਉਹ ਜਿਹੜੀ ਗੁਰਬਾਣੀ ਦੀ ਉਦਾਹਰਨ ਤਾਂ ਸੱਚੀਆਂ ਨੇ, ਭਾਵੇਂ ਲੈਵਲ ਅੱਜ ਵੱਡੇ ਵੱਡੇ ਹੋ ਗਏ ਨੇ। ਬੋਹਿਥੜਾ ਜਹਾਜ਼ ਦੀ ਗੱਲ ਕੀਤੀ ਹੈ। ਸੁਰਤ ਨੂੰ, ਸ਼ਬਦ ਦੇ ਨਾਲ ਜਹਾਜ਼ ਵਾਂਗੂ ਉਡਾਉਣਾ ਹੈ। ਤੇ ਚੱਲ ਰਹੇ ਬੈਕੁੰਠ ਤੁਜੈਲੇ ਤਾਰੋਂ, ਹਿਚੈਤਾ ਪ੍ਰੇਮ ਕੇ ਚਾਬੁਕ ਮਾਰੋ। ਘੋੜੇ ਦੀ ਗੱਲ ਕੀਤੀ ਹੈ। ਚੱਲ ਰਹੇ ਬੈਕੁੰਠ, ਬੈਕੁੰਠ ਕੀ ਹੈ? ਬੈਕੁੰਠ ਸਕੂਨ ਹੈ। ਬੈਕੁੰਠ ਨਗਰ ਜਹਾਂ ਸੰਤ ਵਸਾ। ਹੁਣ ਸਕੂਨ ਤੋਂ ਵਾਂਝੇ ਉਹੀ ਲੋਕ ਨੇ ਜਿਨ੍ਹਾਂ ਨੂੰ ਗੁਰਬਾਣੀ ਦੇ ਸ਼ਬਦ ਨੂੰ, ਜਿਹੜੇ ਉਸਨੂੰ ਹੌਲੀ ਹੌਲੀ ਜਿਹੜਾ ਉਹਦਾ ਰਸ ਨਹੀਂ ਲੈਂਦੇ। ਜਿਹੜੇ ਉਸਦਾ ਰਸ ਲੈਣਾ ਸ਼ੁਰੂ ਕਰ ਦਿੰਦੇ ਨੇ, ਫਿਰ ਭਾਈ ਗੁਰਬਾਣੀ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਪੈਦਾ ਕਰ ਦਿੰਦੀ ਹੈ। ਗੁਰਬਾਣੀ ਉਹਨਾਂ ਨੂੰ ਸਕੂਨ ਦੇਣਾ ਸ਼ੁਰੂ ਕਰ ਦਿੰਦੀ ਹੈ। ਤੇ ਮੈਂ ਆਪਣੇ ਗੱਲ ਤੇ ਆਵਾਂ, ਇਹ ਗੱਲ ਥੋੜ੍ਹੀ ਇੱਧਰ ਨੂੰ ਚਲੀ ਗਈ, ਪਰ ਹੈ ਗੱਲ ਇਸ ਦੇ ਨਾਲ ਰਿਲੇਟਿਡ। ਤੇ ਲਖ ਸ਼ਿੰਗਾਰ ਬਣਾਇਆ, ਨਾ ਹੀ ਕਾਰਜ ਨਾ ਹੀ ਖੇਤ। ਜੇ ਦੋ ਭਾ ਹੋਏ ਨੇ, ਖਸ਼ਮ ਨੂੰ ਛੱਡ ਦਿੱਤਾ, ਦੂਜੇ ਨਾਲ ਯਾਰੀ ਪਾ ਲਈ। ਹੁਣ ਕਈਆਂ ਨੇ ਯਾਰੀ ਕਾਹਦੇ ਨਾਲ ਪਾਈ ਹੋਈ ਹੈ? ਉਹ ਦੱਸਾਂ ਕੀ ਕਹਿੰਦੇ ਨੇ? ਉਹ ਆਪਣੇ ਆਪ ਨੂੰ ਧਰਮੀ ਵੀ ਅਖਾਉਂਦੇ ਨੇ ਕਿ ਜੀ ਸਾਡਾ ਤਾਂ ਰੱਬ ਹੈ, ਸਾਡਾ ਤਾਂ ਖੁਦਾ ਹੈ, ਪਰ ਕਬਰਾਂ ਤੇ ਵੀ ਉਹ ਜਾ ਕੇ ਮੱਥੇ ਰਗੜਦੇ ਨੇ। ਉਹਨਾਂ ਨੇ ਆਪਣੇ ਪੀਰ ਪੈਗੰਬਰ ਬਣਾਏ ਨੇ। ਤੇ ਸਾਡੇ ਜਿਹੜੇ ਸਿੱਖ ਨੇ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ ਤੇ ਜਾ ਕੇ ਫਿਰ ਪੀਰਾਂ ਤੇ, ਮਜ਼ਾਰਾਂ ਤੇ ਜਾ ਕੇ ਹੋਰ ਸੱਪਾਂ ਨੂੰ ਦੁੱਧ ਪਿਲਾਉਂਦੇ ਨੇ, ਜਾਂ ਫਿਰ ਹੋਰ ਟਲ ਖੜਕਾਉਂਦੇ ਨੇ। ਤੇ ਹੋਰ ਜਿਹੜੇ ਜਿਨ੍ਹਾਂ ਤੋਂ ਮਹਾਰਾਜ ਦੀ ਬਾਣੀ ਸਾਨੂੰ ਵਰਜਦੀ ਹੈ, ਉਹ ਪਖੰਡ ਕਰਦੇ ਨੇ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁੱਟ ਹੈ। ਫਿਰ ਜਮ ਦੇ ਵੇੜੇ ਜਾ ਕੇ ਬਹਿ ਜਾਂਦੇ। ਤੇ ਉਹ ਕੀ ਆਪਣੇ ਆਪ ਨੂੰ ਧਰਮੀ ਵੀ ਕਹਿੰਦੇ ਨੇ, ਤੇ ਧਰਮੀ ਹੋਣ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਖਸਮ ਨੂੰ ਛੱਡ ਦਿੱਤਾ। ਖਸਮ ਛੋੜ ਦੂਜੇ ਲੱਗੇ, ਤੇ ਫਿਰ ਕੀ ਸਾਰ ਨਾ ਜਾਣੀ, ਆਪਣੇ ਖਸਮ ਨੂੰ ਛੱਡ ਦਿੱਤਾ। ਤੇ ਇੱਧਰ ਵੀ ਮੂੰਹ ਮਾਰਨਾ, ਉੱਧਰ ਵੀ ਮੂੰਹ ਮਾਰਨਾ, ਇੱਧਰ ਵੀ ਮੂੰਹ ਮਾਰਨਾ। ਫਿਰ ਉਹ ਕੀ ਹੋ ਜਾਂਦਾ ਹੈ? ਉਹ ਲੈਵਲ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਬੋਲ ਸਕਦਾ, ਤੁਸੀਂ ਸਾਰੇ ਸਮਝ ਗਏ ਹੋ। ਉਹ ਇੱਕ ਬੇਸਵਾ ਵਾਲੀ ਅਵਸਥਾ ਬਣ ਜਾਂਦੀ ਹੈ। ਤੇ ਉਸ ਅਵਸਥਾ ਤੋਂ ਮਹਾਰਾਜ ਸਾਨੂੰ ਇੱਕ ਖਸ਼ਮ ਦੇ ਨਾਲ ਜੋੜਦੀ ਹੈ। ਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਾਰੀ ਚਿੰਤਾਵਾਂ ਮਿਟਣੀ ਚਾਹੀਦੀਆਂ ਨੇ। ਗੁਰਬਾਣੀ ਸਾਰੀ ਚਿੰਤਾਵਾਂ ਖਤਮ ਕਰ ਦਿੰਦੀ ਹੈ।
ਤੇ ਜਿਨ੍ਹਾਂ ਨੇ ਆਪਣੇ ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਜਿਨ੍ਹਾਂ ਦਾ ਵਿਆਹ ਹੋ ਜਾਂਦਾ ਨਾ ਤੇ ਫਿਰ ਉਹ ਕਿਸੇ ਵੱਲ ਅੱਖ ਵੀ ਨਹੀਂ ਚੱਕਦੇ। ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰੂ ਗਿਆਨ ਪ੍ਰਚੰਡ ਬੁਲਾਇਆ। ਹੁਣ ਗਿਆਨ ਦਾ ਉਹਦੇ ਅੰਦਰ ਚਾਨਣਾ ਹੋ ਜਾਂਦਾ ਹੈ, ਗਿਆਨ ਅੰਧੇਰਾ ਉਹਦਾ ਮਿਟ ਜਾਂਦਾ ਹੈ। ਤੇ ਜਾਂ ਤਾਂ ਜਿਨ੍ਹਾਂ ਦੇ ਇਹਦੇ ਖਸਮ ਨੂੰ ਛੱਡਿਆ, ਜਾਂ ਤਾਂ ਉਹਨਾਂ ਦਾ ਵਿਆਹ ਹੀ ਨਹੀਂ ਹੋਇਆ, ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਹੈ। ਤੇ ਅਸੀਂ ਗੁਰਬਾਣੀ ਦੇ ਨਾਲ ਸਾਂਝ ਪਾਣੀ ਹੈ ਨਾ, ਇੱਥੇ ਆਂਦੇ ਵਿਆਹ ਹੀ ਹੁੰਦਾ ਹੈ, ਇਹ ਵਿਆਹ ਹੀ ਹੈ। ਜੇ ਅਸੀਂ ਖਸਮ ਨੂੰ ਛੱਡ ਦਿੱਤਾ ਤੇ ਫਿਰ ਅਸੀਂ ਇਸ ਸੰਸਾਰ ਦੇ ਵਿੱਚ ਜਿਵੇਂ ਦੁਹਾਗਣਾ ਘੁੰਮਦੀਆਂ ਨੇ, ਦੁਹਾਗਣੀ ਉਹ ਗੱਲਾਂ ਆਉਂਦੀਆਂ ਨੇ, ਦੁਹਾਗਣ ਵਾਲੀ ਅਵਸਥਾ ਹੈ। ਤੇ ਫਿਰ ਖਸਮ ਨੂੰ ਛੱਡ ਕੇ ਜਿਹੜਾ ਮਰਜ਼ੀ ਸ਼ਿੰਗਾਰ ਕਰੀ ਜਾਵੇ, ਕਾਲੇ ਕੱਪੜੇ ਪਾਓ, ਟਿੱਕੇ ਲਾਓ, ਗੱਲਾਂ ਵਿੱਚ ਮਾਲਾ ਪਾਓ, ਜਿੰਨੇ ਮਰਜ਼ੀ ਕੰਨਾਂ ਵਿੱਚ ਮੁੰਦਰੀਆਂ ਪਾਓ, ਹੱਥਾਂ ਵਿੱਚ ਜਿਹੜੇ ਮਰਜ਼ੀ ਕਰਮ ਕਰੋ, ਜਿਵੇਂ ਇਸਤਰੀ ਕਰਦੀਆਂ ਨੇ, ਜਿਹੜਾ ਮਰਜ਼ੀ ਸ਼ਿੰਗਾਰ ਬਣਾ ਲੇ, ਜਿੰਨੀ ਮਰਜ਼ੀ ਸੋਹਣੀ ਹੋ ਜੇ, ਤੇ ਖਸਮ ਦੇ ਨਾਲ ਸਾਂਝ ਨਹੀਂ ਪਾਈ ਫਿਰ ਮੁੱਲ ਨਹੀਂ ਪੈਣਾ। ਕਿਉਂਕਿ ਦੂਜੀ ਜਿਹੜੀ ਚੀਜ਼ਾਂ ਨੇ ਉਹ ਤੁਹਾਨੂੰ ਵਰਤਦੀਆਂ ਨੇ, ਉਹ ਤੋਂ ਲੋਕਾਂ ਨੇ ਬੜੇ ਅਡੰਬਰ ਬਣਾਏ ਨੇ। ਕਿਤੇ ਨੇ ਟਲ ਖੜਕਾਣਾ, ਕਿਤੇ ਨੇ ਉਹ ਕਿੰਨੇ, ਮੈਂ ਕਹਿੰਦਾ 365 ਦਿਨਾਂ ਦੇ ਵਿੱਚ ਨਾ 365 ਦਿਨ ਘੱਟ ਪੈ ਜਾਣਗੇ। ਉਹ ਜੰਤਰੀਆਂ ਖੋਲ ਕੇ ਵੇਖੋ, ਇੱਕ ਦਿਨ 'ਚ 4-4 5-5 ਦਿਹਾੜੇ, ਤੇ ਗੱਲ ਨੂੰ ਜਿਹੜਾ ਦੂਜੇ ਪਾਸੇ ਨਾਲ ਲੈ ਜਾਣਾ। ਹੋ ਸਾਰੇ ਧਰਮਾਂ ਦੇ ਵਿੱਚ ਫਲਾਣੇ ਦੀ ਬਰਸੀ ਹੈ ਜੀ, ਫਲਾਣੇ ਦਾ ਜਨਮ ਦਿਨ ਹੈ ਜੀ, ਫਲਾਣੇ ਦਾ ਮਰਨ ਦਿਨ ਹੈ ਜੀ, ਫਲਾਣੇ ਦਾ ਉਹਦਾ ਫਲਾਣੇ ਦਾ ਵਿਆਹ, ਉਹ ਜਿਹੜੇ ਇੰਨੇ ਦਿਹਾੜੇ ਕਿਉਂ? ਇੱਕ ਹੀ ਹੈ। ਰੱਬ ਨੇ ਕੀ ਬਣਾਇਆ? ਜੇ ਦੋ ਚੀਜ਼ਾਂ ਬਣਾਈਆਂ ਨੇ ਰੱਬ ਨੇ, ਬਣਾਇਆ ਦਿਨ ਰਾਤ, ਦੋ ਚੀਜ਼ਾਂ ਬਣਾਈਆਂ ਨੇ। ਚੰਦ ਬਣਾਇਆ, ਸੂਰਜ ਬਣਾਇਆ, ਇਹਨਾਂ ਦੀ ਗਿਣਤੀ ਕੋਈ। ਇਹ ਉਸ ਦਾ ਬ੍ਰਹਿਮੰਡ ਇੱਕ ਸੱਜਾ ਪਰਿਵਾਰ ਹੈ। ਜਿਵੇਂ ਸਾਡੇ ਘਰ 'ਚ ਹੁੰਦਾ ਨਾ, ਕਿੰਨੀ ਘੜੀਆਂ ਟੰਗੀਆਂ ਹੁੰਦੀਆਂ, ਪੱਖੇ ਟੰਗੇ ਹੁੰਦੇ, ਕੁਰਸੀਆਂ, ਟੇਬਲ, ਗਮਲੇ, ਔਰ ਇੰਨਾ ਕੁਝ ਡਰਾਇੰਗ ਰੂਮ 'ਚ ਕਿੰਨਾ ਸਮਾਨ ਪਿਆ ਹੁੰਦਾ ਹੈ ਨਾ, ਪਿਆ ਸਾਰਿਆਂ ਦੇ। ਤੁਹਾਨੂੰ ਵੀ ਨਹੀਂ ਪਤਾ ਹੋਣਾ, ਤੁਸੀਂ ਖਰੀਦਿਆ, ਪਰ ਤੁਹਾਨੂੰ ਪਤਾ ਕਿ ਸਾਡੇ ਘਰ 'ਚ ਕਿੰਨਾ ਸਮਾਨ। ਤੁਸੀਂ ਦੇਖੋ ਸਮਾਨ, ਇਹ ਵੀ ਅਸੀਂ ਲਿਆਂਦਾ ਸੀ, ਇਹ ਵੀ ਅਸੀਂ ਲਿਆਂਦਾ ਸੀ। ਤੇ ਇਸੇ ਤਰ੍ਹਾਂ ਉਹ ਮਾਲਕ ਨੇ ਕੋਟ ਬ੍ਰਹਿਮੰਡ ਸਾਜੇ ਨੇ, ਤੇ ਅਸੀਂ ਉਸ ਨੂੰ ਛੱਡ ਕੇ ਖਸਮ ਨੂੰ ਨਹੀਂ ਛੱਡਣਾ ਆਪਣੇ। ਨਹੀਂ ਤਾਂ ਸਾਡੇ ਕੀਤੇ ਕਰਮ, ਸਾਡੇ ਕੀਤੇ ਧਰਮ, ਸਾਡੇ ਕੀਤੇ ਪੁੰਨ, ਤੀਰਥ ਵਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁੱਲ ਜਾਤੇ ਜਿਉ ਕੁੰਚਰ ਇਸ਼ਨਾਨ। ਇਹ ਸਾਡੇ ਸਾਰੇ ਕੀਤੇ ਕਰਮ ਜਿਵੇਂ ਹਾਥੀ ਤੇ ਪਾਣੀ ਪਾਉਂਦੇ ਆ ਨਾ, ਬਸ ਉਹ ਫਿਰ ਜਾ ਕੇ ਮਿੱਟੀ 'ਚ ਲੇਟ ਜਾਂਦਾ। ਇਹ ਵਾਲੀ ਸਾਡੀ ਅਵਸਥਾ ਹੋ ਜਾਣੀ ਹੈ। ਤੇ ਅਗਲੀ ਪੰਕਤੀ ਦੇ ਵਿੱਚ ਮਹਾਰਾਜ ਉਪਦੇਸ਼ ਕਰਦੇ ਨੇ, ਸੁਰਤ ਨੂੰ ਜਿਹੜਾ ਟਿਕਾ ਕੇ ਰੱਖਣਾ ਸਾਧ ਸੰਗਤ ਜੀ, ਕਿਉਂਕਿ ਸਤਿਗੁਰਾਂ ਜੀ ਦੀ ਸ਼ਬਦ ਦੀ ਵਿਚਾਰ ਜਿਹੜੀ ਹੈ ਨਾ, ਡੂੰਘਾਈ ਨਾਲ ਕਰਨੀ ਪੈਂਦੀ ਹੈ। ਤੇ ਜਿਤਨਾ ਡੂੰਘਾਈ ਨਾਲ ਬੁਲਾਰਾ ਬੋਲਦਾ ਹੈ, ਉਤਨੀ ਡੂੰਘਾਈ ਨਾਲ ਸੁਣਨ ਵਾਲੇ ਹੋਣ ਨਾ, ਤੇ ਫਿਰ ਸੁਣਨੇ ਤੇ ਸੁਹਾਗਾ, ਫਿਰ ਇਸ਼ਕਾਰਾ ਵੱਜਦਾ ਹੈ। ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ। ਹੁਣ ਦੇਹ ਦਾ ਗੁਮਾਨ ਕਰਦੇ ਆ ਨਾ ਅਸੀਂ ਆਪਣੀ, ਜੇ ਸਾਡੀ ਦੇਹ ਕਿੰਨੀ ਸੋਹਣੀ ਹੈ, ਤੇ ਇਸ ਦੇਹ ਦਾ ਗੁਮਾਨ ਕੋਈ ਨਹੀਂ। ਇਸ ਦੇਹ ਦਾ ਗੁਮਾਨ ਕੀ ਕਰ ਲੋਗੇ ਕੋਈ? ਜਿਸ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਹੁਣ ਸਾਨੂੰ ਪ੍ਰੇਤ ਕਹਿਣਗੇ ਲੋਕੀ, ਜਦੋਂ ਅਸੀਂ ਮਰ ਜਾਣਾ ਨਾ, ਫਿਰ ਸਾਨੂੰ ਪ੍ਰੇਤ ਕਹਿਣਗੇ, ਪ੍ਰੇਤ। ਹੁਣ ਕੋਈ ਮਰ ਜਾਂਦਾ ਹੈ, ਘਰਾਂ ਦੇ ਵਿੱਚ ਫੋਟੋਆਂ ਟੰਗੀਆਂ ਹੋਈਆਂ ਨੇ, ਘਰ ਦਾ ਬੰਦਾ ਤਾਂ ਨਹੀਂ ਕਹਿੰਦੇ। ਜਦੋਂ ਕੋਈ ਚੜ੍ਹਾਈ ਕਰ ਜਾਂਦਾ ਨਾ, ਫਿਰ ਲੋਕੀ ਬਸ ਡਰਾਮਾ ਕਰਦੇ ਨੇ ਬੈਠੇ। ਤੇ ਅਸੀਂ ਜਿੰਦੇ ਜੀ ਖਸਮ ਨੂੰ ਛੱਡ ਕੇ ਇਹਨਾਂ ਦੂਜਿਆਂ ਨਾਲ ਯਾਰੀ ਪਾਈ ਹੋਈ ਸੀ। ਤੇ ਅਸਲ ਮਕਸਦ ਦਿਖਾਉਂਦੀ ਬਾਣੀ ਹੈ ਪੰਕਤੀ ਮਹਾਰਾਜ ਜੀ ਦੀ, ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਨੂੰ ਪ੍ਰੇਤ ਕਹਿਣਗੇ। ਪ੍ਰੇਤ ਦਾ ਮਤਲਬ ਪਰੇ ਹੋ ਗਿਆ, ਪਰੇ ਹੋ ਜਾਣਾ, ਪੰਜਾਂ ਤੱਤਾਂ ਦੇ ਵਿੱਚ ਮਿਲ ਜਾਣਾ ਸਰੀਰ। ਤੇ ਫਿਰ ਤੁਹਾਡੀ ਫੋਟੋ, ਸਾਡੀ ਫੋਟੋ ਟੰਗ ਦਿੱਤੀ ਜਾਣੀ ਹੈ। ਤੇ ਫਿਰ ਸਾਲ ਮਗਰੋਂ ਉਹ ਕਰਮ
ਕਰਮ ਕਾਂਡ ਕੀਤੇ ਜਾਂਦੇ ਨੇ। ਕੁਝ ਧਰਮਾਂ ਵਿੱਚ ਪੰਡਤਾਂ ਨੂੰ ਛਕਾਓ ਜੀ, ਭਾਈਆਂ ਨੂੰ ਛਕਾਓ ਜੀ, ਤੀਰਥਾਂ ਤੇ ਭੱਜੋ ਜੀ, ਉਹ ਕਿਤੇ ਲੱਭਿਆ ਕਿਤੇ? ਇਹ ਸਾਰਾ ਇਸ ਤੇ ਮੈਂ ਸਮਾਂ ਜ਼ਿਆਦਾ ਹੋ ਜਾਣਾ ਹੈ, ਕਿਉਂਕਿ ਗੱਲ ਦੇ ਵਿੱਚੋਂ ਪੂਰੀ ਕਹਾਣੀ ਨਿਕਲਦੀ ਹੈ ਇੱਕ ਇੱਕ ਪੰਕਤੀ ਦੇ ਵਿੱਚੋਂ। ਇਹ ਗੱਲ ਜਦ ਅੱਗੇ ਚਲੀ ਜਾਣੀ ਹੈ, ਮੈਂ ਸਮੇਂ ਦੇ ਮੁਤਾਬਕ ਆਪ ਜੀ ਨੂੰ ਬੇਨਤੀ ਕਰਦਾ ਤੇ ਉਹ ਛੋਟੀ ਛੋਟੀ ਬੇਨਤੀਆਂ ਆਪ ਜੀ ਨੇ ਸਰਵਣ ਕਰਨੀਆਂ ਨੇ। ਜਿਤ ਦਿਨ ਦੇਹ ਬਿਨਸੀ ਤਿਤ ਵਿਲੈ ਕੈਸਨ ਪ੍ਰੇਤ। ਫਿਰ ਸਾਨੂੰ ਸਾਰਿਆਂ ਨੇ ਪ੍ਰੇਤ ਆਖਣਾ, ਕਿਉਂਕਿ ਅਸੀਂ ਖਸਮ ਨੂੰ ਛੱਡ ਦਿੱਤਾ ਤੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਂ ਬੇੜਾ ਡੁੱਬ ਜਾਣਾ। ਤੇ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਤੇ ਫਿਰ ਜਦੋਂ ਖਸਮ ਨੂੰ ਛੱਡ ਦਿੱਤਾ, ਫਿਰ ਘਰ ਦੇ ਰਹੇ ਨਾ ਘਾਟ ਦੇ, ਫਿਰ ਰੂਹ ਵੀ ਭਟਕਣੀ ਹੈ, ਸਰੀਰ ਨੂੰ ਵੀ ਥਾਂ ਨਹੀਂ ਮਿਲਣੀ। ਹੁਣ ਕੋਈ ਘਰੋਂ ਛੱਡ ਕੇ ਕਿਤੇ ਹੋਰ ਜਾ ਕੇ, ਹੁੰਦਾ ਨਾ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕੇਸ ਚੱਲਦੇ ਨੇ, ਫਿਰ ਬੜਾ ਔਖਾ ਸਮਾਂ ਲੰਘਦਾ ਹੈ ਤੇ ਪਕੜ ਦੂਤ ਜੰਮ ਫੜ ਲੈਂਦੇ ਨੇ। ਹੁਣ ਦੇਖਿਆ ਨਾ, ਜਿਹੜਾ ਬੰਦਾ ਰੱਬ ਦੇ ਨਾਲ, ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪੂਰਾ ਸੱਚਾ, ਉਸਨੂੰ ਜੰਮ ਜਿਹੜੇ ਨੇ ਉਹ ਘੁੰਮਦੇ ਨੇ। ਜੰਮ ਉਹ ਦੇਖਦੇ ਨੇ ਕੱਚਾ ਬੰਦਾ ਹੈ, ਉਸਨੂੰ ਫੜ ਲੈਂਦੇ ਨੇ। ਤੇ ਜਿਹਦੀ ਆਪਣੇ ਪਤੀ ਦੇ ਨਾਲ ਘਰਵਾਲੀ ਦੀ ਯਾਰੀ ਪਈ ਹੋਈ ਹੈ, ਸਾਂਝ ਪਈ ਹੈ, ਗੂੜੀ ਸਾਂਝ ਹੈ ਉਹਨਾਂ ਦੀ, ਇੱਕ ਦੂਜੇ ਤੋਂ ਵੱਖਰੇ ਨਹੀਂ, ਵਿਚਾਰ ਵੀ ਉਹਨਾਂ ਦੇ ਇੱਕ ਨੇ, ਜਿੱਥੇ ਵੀ ਜਾਂਦੇ ਨੇ ਇੱਕ ਨੂੰ, ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ। ਕਿਹੜਾ ਜੰਮ ਉਹਨਾਂ ਦੇ ਵਿੱਚ ਆ ਕੇ ਬਹਿ ਜਾਏਗਾ? ਤੇ ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣਾ ਪਤੀ ਪਰਮੇਸ਼ਰ ਰੱਬ ਨੂੰ ਮਿਲਣ ਦਾ ਜਾਣਿਆ, ਉਹਨਾਂ ਨੂੰ ਕੋਈ ਜੰਮ ਨਹੀਂ। ਤੇ ਜੰਮ ਤਾਂ ਉਹੀ ਹੈ ਜਿਨ੍ਹਾਂ ਨੇ ਦੂਜਿਆਂ ਨਾਲ ਯਾਰੀ ਪਾਈ ਹੋਈ ਹੈ। ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ। ਜਦੋਂ ਸਰੀਰ ਨੇ ਛੱਡ ਕੇ ਜਾਣਾ ਨਾ, ਇਸ ਰੂਹ ਨੇ ਨਿਕਲਣਾ, ਫਿਰ ਉਹ ਵੀ ਜੰਮ ਨੇ। ਤੇ ਗੱਲਾਂ ਦੋਵੇਂ ਪਾਸੇ ਲੱਗ ਜਾਂਦੀਆਂ ਨੇ, ਕਿਉਂਕਿ ਜਿੰਦੇ ਜੀ ਦੇ ਵਿੱਚ, ਆਪਣੀ ਘਰਵਾਲੀ ਦੇ ਵਿੱਚ ਤੇ ਘਰਵਾੜੇ ਦੇ ਵਿੱਚ ਲੜਾਈ ਝਗੜਾ ਹੋ ਜਾਣ ਤੇ ਲੋਕੀ ਉਹ ਦੇਖਦੇ ਨੇ, ਭਾਲਦੇ ਨੇ, ਕਿਹਨਾਂ ਦੇ ਘਰਾਂ ਵਿੱਚ ਚੋਰੀ, ਘਰ ਬਰਬਾਦ ਕਰ ਦਿੰਦੇ ਅਗਲੇ, ਉਹੀ ਜੰਮ ਨੇ। ਤੇ ਜਦੋਂ ਦੂਜਿਆਂ ਨਾਲ ਯਾਰੀ ਪਾਈ ਹੋਈ ਹੈ, ਫਿਰ ਸਾਡਾ ਜਿਹੜਾ ਸਰੀਰ ਹੈ ਨਾ, ਇਹ ਅਸੀਂ ਛੱਡ ਕੇ ਜਾਣਾ। ਮੌਤ ਨੂੰ ਪਤਾ ਹੈ, ਕਿਸੇ ਨੂੰ ਨਹੀਂ ਪਤਾ ਆਪਣੀ ਮੌਤ ਦਾ। ਪਕੜ ਚਲਾਇਨ ਦੂਰ ਜਮ ਕਿਸੈ ਨਾ ਦੇਨੀ ਭੇਤ। ਕਿੱਥੇ ਚਲੀ ਗਈ, ਕਦੋਂ ਆਣੀ ਹੈ, ਕੋਈ ਪਤਾ? ਕਿਸੇ ਨੂੰ ਨਹੀਂ ਪਤਾ। ਫਿਰ ਛੜ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਤੇ ਜਿਨ੍ਹਾਂ ਨਾਲ ਪਿਆਰ ਪਾਇਆ ਸੀ ਨਾ, ਜਿਨ੍ਹਾਂ ਨਾਲ ਜ਼ਿੰਦਗੀ ਬਰਬਾਦ, ਜਿਨ੍ਹਾਂ ਦੇ ਕਰਕੇ ਜ਼ਿੰਦਗੀ ਸਾਰੀ ਵਿਅਰਥ ਗਵਾ ਦਿੱਤੀ, ਕਿ ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਠਾ ਕਰ ਲਵਾਂ। ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਧਾਰਾ ਪੈ ਆਨ ਲੁਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਫਿਰ ਕਿੱਥੇ ਗਏ ਨੇ? ਛੜ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਸਾਰੇ ਛੱਡ ਜਾਂਦੇ ਨੇ। ਹੁਣ ਕੋਈ ਜਾਂਦਾ ਨਾਲ, ਜਿਹਨੂੰ ਪ੍ਰੇਤ ਕਹਿ ਦਿੰਦੇ ਮਰ ਜਾਂਦਾ, ਕੋਈ ਨਾਲ ਮਰਦਾ? ਕੋਈ ਵੀ ਨਹੀਂ। ਕੋਈ ਧੱਕੇ ਨਾਲ ਕਦੀ ਲੱਖਾਂ ਕਰੋੜਾਂ ਦੇ ਵਿੱਚ ਕੋਈ ਖਬਰ ਆ ਜਾਵੇ ਕਿ 2 ਬੰਦੇ ਮਰ ਗਏ ਜਾਂ ਪੂਰਾ ਪਰਿਵਾਰ ਮਰ ਗਿਆ, ਉਹ ਇੱਕ ਭਾਣਾ ਹੁੰਦਾ, ਹਾਦਸਾ ਹੁੰਦਾ। ਤੇ ਜਦੋਂ ਕੋਈ ਮਰਦਾ ਹੈ ਨਾ, ਪਹਿਲਾਂ ਕਰ ਦਿੰਦੇ ਨੇ ਸਤੀ, ਬੰਦਾ ਮਰ ਜਾਂਦਾ, ਧੱਕੇ ਨਾਲ ਜਨਾਨੀ ਨੂੰ ਮਾਰ ਦਿੰਦੇ ਸੀ। ਹੁਣ ਆਉਂਦੀ ਕੋਈ ਜਨਾਨੀ ਮਰਨ ਨੂੰ ਤਿਆਰ ਹੈ? ਕੋਈ ਨਹੀਂ। ਤੇ ਛੜ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਨਾਲ ਯਾਰੀ ਪਾਈ ਹੋਈ ਹੈ, ਜਿਨ੍ਹਾਂ ਨੇ ਨਾਲ ਸਾਂਝ ਪਾਈ ਹੈ, ਉਹ ਸੋਚਦੇ ਕਿ ਇਹਨਾਂ ਦੇ ਬਗੈਰ ਮੇਰਾ ਸਰਣਾ ਨਹੀਂ, ਤੇ ਉਹ ਛੱਡ ਦਿੰਦੇ ਨੇ। ਇਕੱਲੇ ਛੱਡ ਕੇ ਜਾਣਾ ਇਹ ਸੰਸਾਰ। ਹੱਥ ਮਰੋੜੈ ਤਨ ਕਪੇ ਸਿਆਉ ਹੁਵਾ ਸੇਤ। ਫਿਰ ਕੀ ਹੁੰਦਾ ਨਾ, ਹੱਥ ਮਰੋੜੈ, ਫਿਰ ਪਛਤਾਉਂਦਾ ਹੈ। ਸਰੀਰ ਦਾ ਜਿਹੜਾ ਸਰੀਰ ਔਖਾ ਹੋ ਜਾਂਦਾ ਹੈ, ਘਬਰਾਉਂਦਾ ਹੈ ਫਿਰ ਬਹੁਤ ਜ਼ਿਆਦਾ। ਹੱਥ ਮਰੋੜੇ ਤਨ ਕਪੇ ਸਿਆਉ ਹੁਵਾ ਸੇਤ। ਚਿੱਟਾ ਹੋ ਜਾਂਦਾ ਹੈ, ਫਿਰ ਘਬਰਾਉਂਦਾ ਹੈ। ਫਿਰ ਕਿਸੇ ਨੂੰ ਪਤਾ ਲੱਗ ਜਾਂਦਾ ਉਹਨੂੰ ਕਿ ਹੱਥ ਮਰੋੜੈ ਤਨ ਕਪੇ ਸਿਆਉ ਹੁਵਾ ਸੇਤ। ਜਿਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਹੁਣ ਜਿਹੜਾ ਬੀਜ ਬੀਜਿਆ, ਦੁਚਿੱਤੇ ਵਾਲੀ ਜ਼ਿੰਦਗੀ ਜੀ ਹੈ, ਖਸਮ ਨੂੰ ਛੱਡ ਦਿੱਤਾ, ਦੂਜਿਆਂ ਨਾਲ ਯਾਰੀ ਪਾਈ ਹੋਈ ਹੈ,
ਪੀਰਾਂ ਨਾਲ, ਪੈਗੰਬਰਾਂ ਨਾਲ, ਉਹ ਜਿਹੜੇ ਆਪਣੇ ਆਪ ਵੀ ਇੱਥੇ ਆ ਕੇ ਭਟਕਦੇ ਰਹੇ, ਜਿਨ੍ਹਾਂ ਨੂੰ ਇੱਥੇ ਜ਼ਿੰਦਗੀ ਵਿੱਚ ਸਕੂਨ ਨਹੀਂ ਮਿਲਿਆ, ਉਹ ਜਿਹੜੇ ਰੱਬ ਅਵਤਾਰ ਪੀਰ ਪੈਗੰਬਰ ਸਨ, ਜਾਂ ਉਹਨਾਂ ਨੂੰ ਕਹਿ ਲਓ ਉਹਨਾਂ ਨੂੰ ਸਕੂਨ ਨਾਲ ਚਲੇ ਗਏ। ਪਰ ਸਾਡਾ ਉਧਾਰ ਕੀ ਕਰਨਗੇ? ਸਾਡਾ ਉਧਾਰ ਤਾਂ ਅਸੀਂ ਆਪ ਕਰਨਾ ਹੈ, ਤੇ ਅਸੀਂ ਪੜ੍ਹਨਾ ਖੁਦ ਹੈ, ਤੇ ਰੱਬ ਦੇ ਨਾਲ, ਰੱਬ ਦੇ ਕੋਲ ਅਸੀਂ ਜਾਣਾ ਖੁਦ। ਕੋਈ ਲੈ ਕੇ ਗਿਆ? ਕੋਈ ਨਹੀਂ ਗਿਆ। ਗੁਰਬਾਣੀ ਦੇ ਵਿੱਚ ਅਨੇਕਾਂ ਫਰਮਾਨ ਨੇ। ਜਦੋਂ ਤੁਸੀਂ ਅਸੀਮ ਨੂੰ ਪੜ੍ਹਦੇ ਨਾ ਗੁਰਬਾਣੀ ਨੂੰ, ਤੇ ਫਿਰ ਗੁਰਬਾਣੀ ਸਾਨੂੰ ਇਹ ਸਮਝ ਦਿੰਦੀ ਹੈ ਕਿ ਭਾਈ ਜਿਹਾ ਬੀਜੇ ਸੋ ਲੂਣਾ ਕਰਮਾ ਸੰਦੜਾ ਖੇਤ, ਕਿ ਜਿਹੜੀ ਚੀਜ਼ ਬੀਜੀ ਹੋਈ ਹੈ ਨਾ ਉਹੀ ਸਾਨੂੰ ਲੱਭਣਾ, ਉਹੀ ਮਿਲਣਾ। ਤੇ ਲੋੜੇ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ। ਹੁਣ ਜੱਟ ਨੇ ਕਿੱਕਰ ਦੇ ਬੂਟੇ ਲਾਏ ਨੇ ਤੇ ਦਾਖਾਂ ਭਾਲਦੇ, ਦਾਖਾਂ ਨਹੀਂ ਲੱਗਣੀ। ਜੇ ਅਸੀਂ ਨਿੰਬੂ ਦਾ ਬੂਟਾ ਲਾਵਾਂਗੇ ਤੇ ਨਿੰਬੂ ਲੱਗਾਂਗੇ, ਜੇ ਅਸੀਂ ਅਮਰੂਦ ਦਾ ਬੂਟਾ ਲਾਵਾਂਗੇ ਤੇ ਸਾਨੂੰ ਅਮਰੂਦ ਮਿਲਣਾ ਹੈ। ਜੇ ਅਸੀਂ ਕਣਕ ਬੀਜਾਂਗੇ, ਇੱਥੇ ਸਾਰੇ ਕਿਸਾਨ ਵੀ ਬੈਠੇ ਨੇ, ਕਿਸਾਨ ਸਾਰੀ ਦੁਨੀਆ 'ਚ ਕਿਸਾਨੀ ਹੁੰਦੀ ਹੈ। ਮਨਹਾੜੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹ ਗੁਰਬਾਣੀ ਦਾ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਤੇ ਅੱਜ ਸੰਸਾਰ ਦੇ ਵਿੱਚ ਕਿਸਾਨੀ ਜਿਹੜੀ ਹੈ, ਕਿਸਾਨੀ ਦੇ ਬਗੈਰ ਕੁਛ ਹੈ ਹੀ ਨਹੀਂ। ਮੈਨੂੰ ਲੱਗਦਾ ਇਹ ਟੋਪਿਕ ਅਲੱਗ ਹੋ ਜਾਣਾ, ਪਰ ਇੱਥੇ ਮਹਾਰਾਜ ਨੇ ਰੋਕਿਆ, ਕਿਉਂਕਿ ਖਾਂਦੇ ਪੀਂਦੇ ਆ ਸਾਰੀ ਚੀਜ਼ਾਂ, ਫਰੂਟ ਜਿਹੜਾ ਸਾਡੇ ਅੰਦਰੋਂ ਜ਼ਬਾਨ ਤੇ ਲੰਘਦਾ, ਜਿਹਦੇ ਨਾਲ ਸਾਡਾ ਸਰੀਰ ਪੰਜ ਤੱਤਾਂ ਦੀ ਗੱਡੀ ਭੱਜੀ ਫਿਰਦੀ ਹੈ ਨਾ, ਇਹ ਸਾਰਾ ਕਿਸਾਨੀ ਦੀ ਬਦੌਲਤ ਹੈ। ਬਿਜ਼ਨਸਮੈਨ ਦੀ ਰੋਟੀ ਵੱਖਰੀ ਹੈ, ਪਰ ਉਹ ਜਿਹੜਾ ਨਾ ਬੀਜ ਬੀਜਦਾ ਨਾ, ਜਿਹੜਾ ਬੰਦਾ, ਅਸੀਂ ਵੀ ਖੇਤਾਂ ਵਿੱਚ ਕੰਮ ਕੀਤਾ ਹੈ, ਸਾਰਾ ਕੰਮ ਕਰਿਆ, ਦਿਹਾੜੀ ਮਜ਼ਦੂਰੀ ਵੀ ਕੀਤੀ ਹੈ, ਖੇਤਾਂ ਆਪਣੇ ਦੇ ਵਿੱਚ ਵੀ ਕੰਮ ਕਰਿਆ। ਭਾਵੇਂ ਅੱਜ ਹਾਲਾਤ ਜਿਹੜੇ ਨੇ ਉਹ ਖੇਤੀ ਖੁੱਤੀ ਸਾਡੀ ਵਿਕ ਚੁੱਕੀ ਹੈ, ਚਲੋ ਉਹ ਗੱਲ ਵੱਖਰੀ ਹੈ, ਪਰ ਜਿਹੜੀ ਚੀਜ਼ ਬੀਜਦੇ ਆ ਵਹੀ ਸਾਨੂੰ ਵੱਢਣੀ ਪੈਣੀ ਹੈ। ਜਿਹਾ ਬੀਜੈ ਸੋ ਲੂਣਾ ਕਰਮਾ ਸੰਦੜਾ ਖੇਤ। ਹੁਣ ਕਈ ਅਸੀਂ ਬੀਜਦੇ ਆ ਨਾ, ਪ੍ਰੋਫਿਟ ਵਿੱਚ ਕਿੰਨਾ ਕੁਝ ਮਿਲਦਾ ਹੈ। ਹੁਣ ਇੱਕ ਅਮਰੂਦ ਦਾ ਬੂਟਾ ਲਿਆ, ਹਰ ਸਾਲ ਫਲ ਦਿੰਦਾ ਕਿ ਨਹੀਂ ਦਿੰਦਾ? ਕਿੰਨੇ ਦਿੰਦਾ? ਪੂਰਾ ਟੱਬਰ ਛਕ ਜਾਂਦਾ। ਤੇ ਫਿਰ ਅਸੀਂ ਜੇ ਕਿਸੇ ਦਾ ਭਲਾ ਕਰਨ ਵਾਲਾ ਬੀਜ ਬੀਜਾਂਗੇ ਨਾ, ਤੇ ਸਾਡਾ ਵੀ ਕੋਈ ਭਲਾ ਕਰੂਗਾ। ਜੇ ਅਸੀਂ ਕਿਸੇ ਦੀ ਚੁਗਲੀ ਕਰਨੀ ਸ਼ੁਰੂ ਕਰ ਦੇਵਾਂਗੇ, ਤੇ ਫਿਰ ਸਾਡੀ ਵੀ ਚੁਗਲੀ, ਉਹਦਾ ਪ੍ਰੋਫਿਟ ਹਰ ਸਾਲ ਹੋਣੀ ਹੈ, ਫਿਰ ਸਾਡੇ ਤੋਂ ਸਾਂਭੀ ਨਹੀਂ ਜਾਣੀ। ਤੇ ਅਸੀਂ ਕਿਸੇ ਦੀ ਨਿੰਦਾ ਕਰਨੀ ਸ਼ੁਰੂ ਕਰ ਦੇਵਾਂਗੇ, ਸਾਡੀ ਵੀ ਹੋਣੀ, ਕਿਉਂਕਿ ਬੀਜ ਤਾਂ ਅਸੀਂ ਬੀਜ ਦਿੱਤਾ। ਤੇ ਇਸ ਵਾਸਤੇ ਸੁਰਤ ਨੂੰ ਬੜੀ ਐਕਟਿਵ ਰੱਖਣਾ ਪੈਂਦਾ ਹੈ, ਕਿਉਂਕਿ ਨਾਮ ਬੀਜ ਸੰਤੋਖ ਸੁਹਾਗਾ। ਨਾਮ ਕਿੱਥੇ ਬੀਜਿਆ ਜਾਂਦਾ? ਹੁਣ ਖੇਤਾਂ ਵਿੱਚ ਕਣਕ ਬੀਜੀ ਜਾਂਦੀ ਹੈ, ਟਮਾਟਰ ਬੀਜੇ ਜਾਂਦੇ ਨੇ, ਗੋਭੀ ਬੀਜੀ ਜਾਂਦੀ ਹੈ, ਤੇ ਨਾਮ ਕਿੱਥੇ ਬੀਜਿਆ ਜਾਂਦਾ? ਸਾਧ ਸੰਗਤ ਜੀ ਪਤਾ ਕਿੱਥੇ ਬੀਜਿਆ ਜਾਂਦਾ ਨਾਮ? ਹੁਣ ਵੱਤੈ ਹਰ ਨਾਮ ਨਾ ਬੀਜਿਓ, ਨਾਮ ਬੀਜਿਆ ਜਾਂਦਾ ਸੁਰਤ ਵਿੱਚ। ਉੱਥੇ ਬੀਜ ਬੀਜਦੇ ਚਲੋ। ਮਨਹਾੜੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ। ਤੇ ਫਿਰ ਨਾਮ ਨੂੰ ਬੀਜ ਕੇ ਨਾ ਸੁਰਤ ਦੇ ਵਿੱਚ ਉਹਨੂੰ ਸੰਤੋਖ ਦਾ ਸੁਹਾਗਾ ਵੀ ਲਾਣਾ ਪੈਣਾ, ਨਹੀਂ ਤਾਂ ਉਹਨੂੰ ਜੇ ਖੁੱਲਾ ਛੱਡ ਦੋਗੇ ਨਾ ਨਾਮ ਬੀਜ ਕੇ, ਤੁਸੀਂ ਖੁੱਲਾ ਲੋਕਾਂ ਨੂੰ ਦਿਖੂਗਾ। ਕਈ ਮਹਾਨ ਆਤਮਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀ ਉਹ ਨਾਮ ਜਪਦੀਆਂ ਨੇ, ਪਰ ਉਹ ਸੋ ਨਹੀਂ ਕਰਦੀਆਂ। ਤੇ ਮੇਰੇ ਵਰਗਾ ਗੁਟਕਾ ਲੈ ਕੇ ਵੀ ਬਹਿ ਜਾਵੇ ਨਾ, ਤੇ ਪਹਿਲਾਂ ਤਾਂ ਇਹ ਦੇਖਦਾ ਕਿ ਮੈਨੂੰ ਕੋਈ ਦੇਖਦਾ ਕਿ ਨਹੀਂ ਹੈ, ਤੇ ਜਦੋਂ ਕੋਈ ਦੇਖਦਾ ਹੈ ਨਾ, ਫਿਰ ਬੜਾ ਟੇਢਾ ਜਾਓਗੇ, ਸਿੱਧਾ ਜਾਓ, ਲੱਗ ਜਾ ਸਿੱਧਾ ਕਰਕੇ ਬਹਿ ਜਾਂਦਾ, ਤੇ ਅਰਦਾਸ ਕਰਨ ਲੱਗ ਪੈਂਦਾ ਮੈਨੂੰ ਕੋਈ ਦੇਖਦਾ ਕਿ ਨਹੀਂ। ਤੇ ਜਦੋਂ ਉਹ ਵਾਲੀ ਅਵਸਥਾ ਸਾਡੀ ਅਜੇ ਦੂਜੀ ਹੈ, ਤੇ ਮੈਂ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਦੀ ਗੱਲ ਕਰਦਾ, ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਪ੍ਰਮਾਤਮਾ ਦੇ ਸੇਵਕ ਨੇ, ਗੁਰਸਿੱਖ ਨੇ। ਤੇ ਉਹ ਕੀ ਕਰਦੇ ਨੇ? ਸੁਰਤ ਦੇ ਵਿੱਚ ਸ਼ਬਦ ਨੂੰ ਬੀਜ ਲੈਂਦੇ ਨੇ, ਤੇ ਸੰਤੋਖ ਦਾ ਸੁਹਾਗਾ ਉਹਨਾਂ ਨੂੰ ਕਹਿੰਦਾ ਨੇ। ਕੋਈ ਉਹ ਇੱਕ ਐ ਗੱਲਾਂ ਕਰਨਗੇ ਕਿ ਸਾਨੂੰ ਅਸੀਂ ਕੁਛ ਨਹੀਂ ਜਾਣਦੇ। ਭੋਲੇ ਭਾਏ ਮਿਲੇ ਰਘੁਰਾਏ, ਉਹ ਭੋਲੇ ਬਣਦੇ ਨੇ, ਪਰ ਉਹਨਾਂ ਨੂੰ ਪਰਮਾਤਮਾ ਉਹਨਾਂ ਦੇ ਕੋਲ ਹੁੰਦਾ ਹੈ। ਪਰਮਾਤਮਾ ਉਹਨਾਂ ਨੂੰ ਹਰ ਵੇਲੇ ਸਕੂਨ ਦਿੰਦਾ ਹੈ, ਸਾਹ ਉਹਨਾਂ ਦੇ ਅੰਦਰ ਜਾਂਦਾ ਹੈ, ਉਹਨਾਂ ਨੂੰ ਹਰ ਵੇਲੇ ਉਹਨਾਂ ਦੀ ਰੱਖਿਆ ਕਰਦਾ ਹੈ।
ਤੇ ਜਿਹਾ ਬੀਜੇ ਸੋ ਲੂਣਾ ਕਰਮਾ ਸੰਧੜਾ ਖੇਤ। ਹੁਣ ਇਹ ਪੰਕਤੀ ਪੂਰੀ ਹੋ ਗਈ, ਕਲੀਅਰ ਹੋ ਗਈ ਗੱਲ। ਤੇ ਜੇ ਸਮਾਂ ਹੋਰ ਜ਼ਿਆਦਾ ਮਿਲੇ ਤੇ ਅੱਗੇ ਵੀ ਜਿੰਨੀ ਮਰਜ਼ੀ ਗੱਲਾਂ ਕਰੀ ਜਾਓ। ਤੇ ਨਾਨਕ ਪ੍ਰਭ ਸਰਣਾਗਤੀ ਚਰਨ ਪੋਇਤ ਪ੍ਰਭ ਦੇਤ। ਹੁਣ ਨਾਨਕ ਦੀ ਬੇਨਤੀ ਹੈ, ਨਾਨਕ ਪ੍ਰਭ ਸਰਣਾਗਤੀ ਚਰਨ ਪੋਇਤ ਪ੍ਰਭ ਦੇਤ। ਐ ਮੇਰੇ ਮਾਲਕ, ਮੈਨੂੰ ਜਹਾਜ਼ ਰੂਪੀ ਜਿਹੜੇ ਚਰਨ ਨੇ ਨਾ ਤੇਰੇ, ਹੁਣ ਜਹਾਜ਼ ਵਿੱਚ ਬਹਿ ਕੇ ਜਾਣਾ ਨਾ, ਗੱਡੀ ਵਿੱਚ ਜਾਣਾ ਹੋਵੇ ਕਿਤੇ, ਇਹ ਬੋਹਿਤੜਾ, ਬੋਹਿਤ ਕਹਿੰਦੇ ਜਹਾਜ਼ ਨੂੰ। ਤੇ ਜਹਾਜ਼ ਦੀ ਜਿਹੜੀ ਸਵਾਰੀ ਹੈ ਨਾ, ਉਹ ਜਹਾਜ਼ ਜਿਹੜੇ ਪਾਣੀ ਤੇ ਚੱਲਦੇ ਨੇ, ਬੋਹਿਤ ਪਾਣੀ ਦੇ ਜਹਾਜ਼ ਨੂੰ ਵੀ ਕਹਿੰਦੇ ਨੇ। ਅੱਜ ਜਹਾਜ਼ ਜਿਹੜਾ ਉੱਪਰ ਚੜ੍ਹਨ ਵਾਲਾ, ਪਹਿਲਾਂ ਤਾਂ ਨਹੀਂ ਹੈਗੇ ਸੀ ਇਹ ਉੱਪਰ ਚੜ੍ਹਨ ਵਾਲੇ, ਹੁਣ ਬਣੇ ਨੇ। ਪਹਿਲਾਂ ਵਿਹੜੇ ਨੂੰ ਕਿਹਾ ਜਾਂਦਾ ਸੀ ਬੋਹਿਤ। ਸਮੁੰਦਰ ਦੇ ਵਿੱਚੋਂ ਲੰਘਣਾ ਬੜਾ ਔਖਾ ਹੁੰਦਾ, ਛੋਟੇ ਛੱਪੜ ਦੇ ਵਿੱਚੋਂ ਵੀ ਲੰਘਣਾ ਬੜਾ ਔਖਾ ਹੋ ਜਾਂਦਾ। ਤੇ ਉਹ ਜਿਹੜਾ ਬੋਹਿਤ ਹੈ ਉਹ ਪਾਰ ਲਗਾ ਦਿੰਦਾ ਸੰਸਾਰ ਸਮੁੰਦਰ ਤੋਂ ਜਹਾਜ਼। ਹੁਣ ਜਹਾਜ਼ ਦੇ ਵਿੱਚ ਇੱਥੋਂ ਬੈਠੋ ਨਾ, ਦਿੱਲੀ ਘੰਟੇ 2 ਘੰਟੇ ਦੇ ਵਿੱਚ ਪੁੱਜ ਜਾਂਦੇ ਨੇ। ਬੱਸ ਦੇ ਵਿੱਚ ਜਾਓ 6 ਘੰਟੇ 8 ਘੰਟੇ 4-5 ਘੰਟੇ ਲੱਗ ਜਾਂਦੇ ਨੇ। ਤੇ ਇੱਥੇ ਮੈਂ ਖਬਰ ਪੜ੍ਹਦਾ ਸੀ, ਤੇ ਇੰਗਲੈਂਡ ਚਲਦੀ ਸੀ ਬੱਸ ਪਹਿਲਾਂ, ਜਦੋਂ ਇੱਥੇ ਬ੍ਰਿਟਿਸ਼ ਰਾਜ ਸੀ। 3 ਮਹੀਨੇ ਦੇ ਵਿੱਚ ਬੱਸ ਜਾਂਦੀ ਸੀ, 3-3.5 ਮਹੀਨੇ ਦੇ ਵਿੱਚ। ਤੇ ਉਹ ਕੋਲਕਾਤੇ ਤੋਂ ਜਾ ਕੇ ਉਹਨੂੰ ਸਾਰੀ ਹਿਸਟਰੀ ਦਿੱਤੀ, ਕਿਹੜੇ ਕਿਹੜੇ ਦੇਸ਼ਾਂ ਵਿੱਚ ਲੰਘ ਕੇ ਜਾਂਦੀ ਸੀ। 3-3.5 ਮਹੀਨੇ ਦੇ ਵਿੱਚ ਇੱਥੇ ਪੁੱਜ ਜਾਂਦੀ ਸੀ। ਕਿੰਨਾ ਟਾਈਮ ਲੱਗਦਾ ਸੀ। ਤੇ ਹੁਣ ਜਹਾਜ਼ ਦੇ ਵਿੱਚ ਕੀ ਹੁੰਦਾ, ਇੱਥੇ ਜਾ ਕੇ ਫਲਾਈਟ ਲਓ ਤੇ 5-7-8-9 ਘੰਟੇ ਦੇ ਵਿੱਚ ਉੱਥੇ ਏਅਰਪੋਰਟ ਤੇ, ਕਿੰਨਾ ਸਮਾਂ ਬਚ ਗਿਆ। ਤੇ ਜਹਾਜ਼ ਇਸ ਤਰ੍ਹਾਂ ਹੈ। ਤੇ ਮਹਾਰਾਜ ਉਪਦੇਸ਼ ਕਰਦੇ ਨੇ ਕਿ ਮੈਨੂੰ ਵੀ ਇਹ ਜਹਾਜ਼ ਵਰਗੇ ਜਿਹੜੇ ਚਰਨ ਨੇ ਨਾ ਮਾਲਕ ਤੇ, ਉਹਨਾਂ ਦੇ ਵਿੱਚ ਬਿਠਾ ਲੈ ਤੇ ਮੈਨੂੰ ਆਪਣੇ ਕੋਲ ਲੈ ਜਾ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਤੇ ਮਹਾਰਾਜ ਲਾਸਟ ਦੀ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਨੇ ਕਿ ਭਾਈ ਭਾਦੋ ਦੇ ਮਹੀਨੇ ਦੇ ਵਿੱਚ ਉਹ ਲੋਕੀ ਨਰਕ ਦੇ ਵਿੱਚ ਨਹੀਂ ਜਾਂਦੇ ਜਿਨ੍ਹਾਂ ਨੂੰ ਗੁਰੂ ਰੱਖਣ ਵਾਲਾ ਹੈ। ਤੇ ਭਾਦੋ ਦਾ ਇਕੱਲਾ ਮਹੀਨਾ ਹੀ ਨਹੀਂ, ਇਹ ਤੋਂ ਭਾਦੋ ਦਾ ਮਹੀਨਾ ਤਾਂ ਅਸੀਂ ਇੱਕ ਪਛਾਣ ਹੈ। ਪਹਿਲਾਂ ਪਛਾਣ ਹੁੰਦੀ ਸੀ, ਵਿਸ਼ਵੇ ਚਸਿਆਂ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਇੱਕੋ ਰੁੱਤ ਨੇਕ। ਇਹ ਭਾਦੋ, ਇਹ ਸਾਵਣ, ਇਹ ਹਾੜ, ਇਹ ਜੇਠ, ਇਹ ਮੱਗਰ, ਇਹ ਮਾਘ, ਇਹ ਸਾਰੇ ਬੰਦਿਆਂ ਨੇ ਬਣਾਏ ਨੇ। ਇਹ ਵਿਸ਼ਵੇ ਚਸਿਆਂ ਘੜੀਆਂ, ਇਹ ਵੀ ਸਾਰੇ ਬੰਦਿਆਂ ਨੇ ਬਣਾਈ ਹੈ। ਰੱਬ ਨੇ ਕੀ ਬਣਾਇਆ, ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ। ਇਹ ਸਾਰੇ ਮਹੀਨੇ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਇਹ ਮਈ, ਜੂਨ, ਇਹ ਸਾਰੇ। ਤੇ ਹੋਰ ਕਿੰਨੇ ਕੈਲੰਡਰ ਨੇ, ਸਾਰੇ ਬੰਦਿਆਂ ਨੇ ਬਣਾਏ ਨੇ। ਘੜੀਆਂ ਬੰਦਿਆਂ ਨੇ ਬਣਾਏ। ਪਹਿਲਾਂ ਘੜੀਆਂ ਹੁੰਦੀ ਸੀ ਤੇ ਹੁਣ ਸਾਰੇ ਦੇਖਦੇ ਸੈਕਿੰਡਾਂ ਵੀ, ਪਲਾਂ ਵੀ ਗਣ ਲੈਂਦੇ ਨੇ। ਹੁਣ ਕਿੰਨੀ ਸੈਕਿੰਡ ਜੀ ਪੁੱਜੇਗਾ, ਕਿੰਨੀ ਮਿੰਟ ਦੇ ਵਿੱਚ ਪੁੱਜੇਗਾ, ਕਿੰਨੇ ਘੰਟੇ ਲੱਗਣਗੇ ਜੀ। ਇਹ ਪਹਿਲਾਂ ਨਹੀਂ ਸੀ। ਇਹ ਪਹਿਲਾਂ ਸੀ ਵਿਸ਼ਵ ਵਿੱਚ ਅਸੀਂ ਘੜੀਆਂ ਪਹਿਰਾਂ, ਪੈਰ ਹੁੰਦੇ 4 ਪੈਰ ਦਿਨ ਦੇ, 4 ਪੈਰ ਰਾਤ ਦੇ। ਇਹਦੇ ਅੰਦਾਜ਼ੇ ਨਾਲ ਕੀਰਤਨ ਹੁੰਦਾ ਸੀ। ਉਹ ਅਸੀਂ, ਹੁਣ ਤਾਂ ਲਾਈਟ ਆ ਗਈ ਪਿੰਡਾਂ ਵਿੱਚ, ਜਿਵੇਂ ਅਸੀਂ ਛੋਟੇ ਹੁੰਦੇ ਸੀ ਲਾਈਟ ਨਹੀਂ ਹੁੰਦੀ ਸੀ। ਖੇਤਾਂ ਵਿੱਚ ਜਾਣਾ ਨਾ, ਉਹ ਚੰਨ ਦੇਖਦਾ ਸੀ ਸਾਨੂੰ। ਚੰਨ ਦੇ ਕੋਲ ਇੱਕ ਤਾਰਾ ਹੁੰਦਾ ਸੀ ਛੋਟਾ ਇੱਧਰਲੇ ਪਾਸੇ, ਤੇ ਜਦੋਂ ਉਹ ਤਾਰਾ ਡੁੱਬ ਜਾਂਦਾ ਸੀ ਉਦੋਂ ਪਤਾ ਲੱਗਾ 4 ਵਜ ਗਏ। ਉਹਦੇ ਨਾਲ ਮੇਰੇ ਡੈਡੀ ਹੋਰੀ, ਬਜ਼ੁਰਗ ਜਿਹੜੇ ਸਿਆਣੇ ਬੈਠੇ ਨੇ ਨਾ, ਇਹ ਇਹਨਾਂ ਨੂੰ ਸਮਝਾ। ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ, ਇਹਨਾਂ ਨੂੰ 25-30 ਸਾਲ ਦੇ ਬੱਚਿਆਂ ਨੂੰ ਵੀ ਨਹੀਂ ਪਤਾ ਹੋਣਾ। ਜਿਹੜੇ ਪਿੰਡਾਂ 'ਚ ਰਹਿੰਦੇ ਛੋਟੇ ਛੋਟੇ, ਉਹਨਾਂ ਨੂੰ ਪਤਾ ਹੋਣਾ। ਜਿਹੜੇ ਬਜ਼ੁਰਗ ਨੇ, ਜਿਹੜੇ ਜਾਂ ਸ਼ਹਿਰਾਂ 'ਚ ਰਹਿਣ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ। ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦਿਹਾੜੀ 'ਤੇ ਜਾਣਾ ਹੁੰਦਾ। ਕਿ ਉਹ ਦੇਖ ਲੈਂਦੇ, ਉਹਨੇ ਉਹ ਗੱਡੇ ਹੁੰਦੇ ਸੀ ਨਿਸ਼ਾਨ ਕਿ ਇਸ ਵੇਲੇ ਛਾਂ ਦਰਖਤ ਇੱਥੇ ਆ ਜਾਣੀ, ਇੰਨੇ ਪਿੰਨੇ 'ਚ ਇੰਨਾ ਟਾਈਮ ਹੋ ਜਾਣਾ। ਤੇ ਉਹ ਇਹ ਚੀਜ਼ਾਂ ਸਾਰੀਆਂ ਬੰਦਿਆਂ ਨੇ ਬਣਾਈਆਂ ਨੇ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸੇ ਭਾਦੋ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਏਤ। ਕਿ ਇਹ ਮਹੀਨਾ ਇਕੱਲਾ ਹੀ ਨਹੀਂ, ਭਾਦੋ ਦਾ ਮਹੀਨਾ ਤੁਹਾਨੂੰ ਸੁਹੇਲਾ ਨਰਕ ਲੱਗਣਾ ਹੀ ਨਹੀਂ। ਇਸ ਮਹੀਨੇ ਦੇ ਵਿੱਚ ਕਿਤੇ ਵੀ ਨਹੀਂ ਦੁੱਖ ਲੱਗਣਾ। ਇਹ ਮਹੀਨਾ ਵੀ ਸੁਹਾਵਣਾ ਹੋ ਜਾਣਾ ਹੈ। ਤੇ
ਆਉਣ ਵਾਲੀ ਹਰ ਘੜੀ ਸਾਨੂੰ ਸਕੂਨ ਦੇਊਗੀ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਗੁਰਬਾਣੀ ਨੂੰ ਸਮਝਾਂਗੇ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵਾਂਗੇ। ਤੇ ਫਿਰ ਇਹ ਭਾਦੋ ਦਾ ਮਹੀਨਾ ਵੀ ਸੁਹੇਲਾ ਸਾਡਾ ਹੋ ਜਾਣਾ। ਇਸ ਮਹੀਨੇ ਦੇ ਵਿੱਚ ਵੀ ਨਰਕ ਨਹੀਂ ਸਾਨੂੰ, ਸੇ ਭਾਦੋ ਨਰਕ ਨਾ ਪਾਈਏ। ਤੇ ਇਹ ਨਹੀਂ ਕਿ ਭਾਦੋ ਦੇ ਇਕੱਲੇ ਦੇ ਮਹੀਨੇ ਦੇ ਵਿੱਚ ਸਾਰੇ ਮਹੀਨੇ ਸਾਡੇ 8 ਪੈਰ ਸਾਡੇ ਸੁਹੇਲੇ ਹੋ ਜਾਣੇ, 8 ਪੈਰ ਸਾਡੇ ਸਵਰ ਜਾਣੇ ਨੇ, ਤੇ 24 ਘੰਟੇ ਸਾਡੇ ਸਵਰ ਜਾਣੇ ਨੇ, ਤੇ ਹਰ ਆਉਣ ਵਾਲੀ ਇੱਕ ਮਿੰਟ ਸਾਡੀ ਸਵਰ ਜਾਣੀ। ਸੋ ਇੰਨੀਆਂ ਕੁ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਸਤਿਗੁਰਾਂ ਜੀ ਦੀ ਜਿਹੜੀ ਵਡਿਆਈ ਹੈ, ਮੈਂ ਮੂਰਖ ਕੀ ਕਿਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਭਾਸ ਨਾ ਭਰਿਆ ਰੇ। ਉਹ ਮਹਾਨ ਹੈ ਗੁਰਬਾਣੀ, ਤੇ ਅਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ। ਇੰਜੂ ਅਸੀਂ ਸਮਝਣ ਦਾ ਯਤਨ ਕਰ ਸਕਦੇ ਹਾਂ। ਸਤਿਗੁਰਾਂ ਜੀ ਦੀ ਬਾਣੀ ਨੂੰ ਸਮਝਣ ਦਾ ਯਤਨ ਕਰਕੇ ਅਸੀਂ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇੰਨੀ ਕਿਉਂ ਬੇਨਤੀ ਹੈ। ਨਹੀਂ ਤਾਂ ਹਜ਼ਾਰਾਂ ਲੱਖਾਂ ਕਥਾਵਾਚਕ ਆਏ ਗਏ ਬਣ ਰਹੇ ਨੇ, ਤੇ ਆਉਣ ਵਾਲੇ ਟਾਈਮ 'ਚ ਬਣਨਗੇ, ਕੀਰਤਨੀਏ ਬਣਨਗੇ, ਬਹੁਤ ਵੱਡੇ ਵੱਡੇ ਫਿਲੋਸਫਰ ਬਣਨਗੇ, ਵਿਦਵਾਨ ਬਣਨਗੇ, ਪ੍ਰੋਫੈਸਰ ਬਣਨਗੇ, ਤੇ ਉਸ ਸ਼ਬਦ ਨੂੰ, ਗੁਰਬਾਣੀ ਦੇ ਇੱਕ ਸ਼ਬਦ ਦੀ ਵੀ ਵਿਚਾਰ ਜਿਹੜੀ ਹੈ ਨਾ ਆਪਣੀ ਮਤ ਨਾਲ ਕਰਨਗੇ। ਪਰ ਗੁਰਬਾਣੀ ਜਿਹੜੀ ਰੱਬ ਹੈ, ਧੁਰ ਕੀ ਬਾਣੀ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਸਾਡੀ ਆਪਣੀ ਨਹੀਂ ਹੈ, ਕਿਸੇ ਦੀ ਨਹੀਂ ਹੈ, ਇਸ ਲਈ ਅਸੀਂ ਵਿਚਾਰ ਹੀ ਕਰ ਸਕਦੇ ਹਾਂ। ਰੱਬ ਦੀ ਬਾਣੀ ਹੈ, ਇਹ ਪਰਮਾਤਮਾ ਦੇ ਮੁਖਾਰਬਿੰਦ ਤੋਂ ਨਿਕਲੀ ਹੋਈ ਹੈ। ਭਾਵੇਂ ਸਰੀਰ ਗੁਰੂਆਂ ਦਾ, ਭਗਤਾਂ ਦਾ ਵੱਖਰਾ ਵੱਖਰਾ ਸੀ, ਪਰ ਇਹ ਉਹਨਾਂ ਦੀ ਸੁਰਤ ਦੇ ਵਿੱਚ ਬਹਿ ਕੇ ਨਾ, ਸੁਰਤ ਦੇ ਵਿੱਚ ਉਹਨਾਂ ਦੇ ਬੈਠੀ ਹੈ, ਬਿਲਕੁਲ ਕਲੀਅਰਟੀ ਹੈ, ਪਿਓਰਿਟੀ ਹੈ। ਇਸ ਤੋਂ ਉੱਪਰ ਨਹੀਂ ਵਿਚਾਰ, ਇਸ ਦੇ ਉੱਪਰ ਵਿਚਾਰ ਹੀ ਨਹੀਂ ਹੋ ਸਕਦੀ। ਅਸੀਂ ਤਾਂ ਸਿਰਫ ਤੋਂ ਸਿਰਫ ਇਹ ਕਰ ਸਕਦੇ ਹਾਂ ਕਿ ਪਰਮਾਤਮਾ ਦੀ ਬਾਣੀ ਨੂੰ ਅਸੀਂ ਸਿਮਰ ਸਕਦੇ ਹਾਂ, ਗਾ ਸਕਦੇ ਹਾਂ, ਤੇ ਆਪਣੇ ਜੀਵਨ ਨੂੰ ਅਸੀਂ ਸਵਾਰ ਸਕਦੇ ਹਾਂ। ਸੋ ਇੰਨੀਆਂ ਕੋ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ, ਭੁੱਲਾਂ ਤਰੁੱਟੀਆਂ ਮਾਫ ਕਰਨੀ। ਗੁਰੂ ਦੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਅੱਗੇ ਇਹ ਅਸੀਸ ਦੇਣੀ ਸੁਣਨ ਵਾਲੇ ਵੀਰਾਂ ਨੇ, ਜਿਹੜੇ ਇੱਥੇ ਸੰਗਤ ਬੈਠੀ ਹੈ, ਕਿ ਭਾਈ ਆਪ ਜੀ ਦੀ ਇਸੇ ਤਰ੍ਹਾਂ ਹੋਰ ਸੇਵਾ ਕਰ ਸਕਾਂ। ਸਤਿਗੁਰੂ ਜੀ ਆਪ ਸੇਵਾ ਲੈਂਦੇ ਰਹਿਣ, ਤੇ ਜਿਉਂ ਬੁਲਾਵੈ ਤਿਉਂ ਬੋਲੇ, ਸੁਆਮੀ ਕੁਦਰਤ ਕੌਣ ਹਮਾਰੀ। ਸੋ ਆਉਣ ਵਾਲੀ ਸਾਰੀ ਸੰਗਤ ਦਾ, ਜਿਨ੍ਹਾਂ ਨੇ ਇੱਥੇ ਹਾਜ਼ਰੀ ਲਵਾਈ, ਸਾਰਿਆਂ ਦਾ ਧੰਨਵਾਦ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਸਵਾਰਨ ਦਾ ਮੌਕਾ ਮਿਲੇ, ਸਮਾਂ ਮਿਲੇ। ਹਰ ਵੇਲੇ ਅਸੀਂ ਪਰਮਾਤਮਾ ਦੇ ਰੱਬ ਦੇ ਨਾਲ ਜੁੜੇ ਰਹੀਏ। ਸੋ ਇੰਨੀਆਂ ਕੋ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਤਰੁੱਟੀਆਂ ਮਾਫ ਕਰਨੀ। ਪਿਆਰ ਸਤਿਕਾਰ ਸਹਿਤ ਗਜਵਜ ਕੇ ਆਖੋ ਜੀ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।